ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਮਿਲੇ ਹੋਏ ਮਨ ਨੂੰ ਕਿਉਂਕਿ ਮਨ ਅਤੇ ਤਨ ਅਕਾਲ ਪੁਰਖ ਜੀ ਨੇ, ਵਾਹਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤਨ ਵੀ ਵਾਹਿਗੁਰੂ ਜੀ ਦਾ ਹੈ, ਆ ਜਿਹੜਾ ਸਰੀਰ ਹੈ ਮਨ ਵੀ ਵਾਹਿਗੁਰੂ ਜੀ ਵੱਲੋਂ ਮਿਲਿਆ ਹੈ। ਆ ਦੁਨੀਆ ਤੇ ਥੋੜਾ ਬਹੁਤਾ ਧਨ ਹੈ, ਪੈਸਾ ਧੇਲਾ, ਇਹ ਵੀ ਅਕਾਲ ਪੁਰਖ ਜੀ ਦੀ ਕਿਰਪਾ ਦੇ ਨਾਲ ਮਿਲਿਆ ਹੈ। ਸਾਡਾ ਆਪਣਾ ਕੁਝ ਵੀ ਨਹੀਂ, ਸਾਡਾ ਪਿਆਰਿਓ ਆਪਣਾ ਕੁਝ ਵੀ ਨਹੀਂ। ਅਗਰ ਕੋਈ ਸਾਡਾ ਆਪਣਾ ਹੈ, ਉਹ ਸਾਡੇ ਵਾਹਿਗੁਰੂ ਜੀ ਹਨ, ਸਾਡੇ ਅਕਾਲ ਪੁਰਖ ਜੀ ਹਨ, ਸਾਡੇ ਪਰਮੇਸ਼ਰ ਜੀ ਹਨ। ਬੜੇ ਨਾਮ ਹਨ, ਪਰਮਾਤਮਾ ਹਨ। ਆਤਮਾ ਰੂਪ ਹੋ ਕੇ ਵੀ ਵਿੱਚ ਹੀ ਬੈਠੇ ਹਨ। ਆਤਮ ਮਹਿ ਰਾਮ, ਰਾਮ ਮਹਿ ਆਤਮ ਚੀਨਸ ਗੁਰ ਵਿਚਾਰਾ। ਵਾਹਿਗੁਰੂ ਜੀ ਇਜ਼ ਇਨ ਦਾ ਸੋਲ। ਸਮੇਂ ਪੂਰੇ ਹੋ ਜਾਣ ਤੇ ਸੋਲ ਇਜ਼ ਇਨ ਦਾ ਵਾਹਿਗੁਰੂ ਜੀ। ਕਿਉਂਕਿ ਸਾਡਾ ਘਰ ਉਹੀ ਉਹ ਹੈ, ਨਿਜ ਘਰ ਹੈ। ਆਪੋ ਆਪਣਾ ਮਨ ਜੋੜੀਏ ਘੜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ, ਉਹਨਾਂ ਦੇ ਚਰਨਾਂ ਦੇ ਵਿੱਚ ਘੜੀ ਗੁਰਬਾਣੀ ਦੇ ਨਾਲ ਜਦੋਂ ਇਹ ਮਨ ਜੁੜ ਜਾਵੇਗਾ, ਇਹਦੇ ਪੱਲੇ ਕੁਝ ਪੈ ਜਾਵੇਗਾ। ਦੁਨੀਆ ਵਿੱਚ ਤਾਂ ਕੰਮਕਾਰ ਕਰਦਾ ਫਿਰਦਾ ਹੈ, ਜਿਸ ਤਰ੍ਹਾਂ ਦਾ ਕਰਦਾ ਹੈ ਉੱਦਾਂ ਦਾ ਫਲ ਵੀ ਮਿਲ ਜਾਂਦਾ ਹੈ। ਦੁਕਾਨਾਂ ਚਲਾਉਂਦਾ ਹੈ, ਨੌਕਰੀਆਂ ਕਰਦਾ ਹੈ, ਚਾਕਰ ਲੱਗੇ ਚਾਕਰੀ, ਉਹ ਵੀ ਹੰਬਲ ਹੋ ਕੇ ਨਿਮਰਤਾ ਨਾਲ ਕਰਨੀਆਂ ਪੈਂਦੀਆਂ ਹਨ। ਤੇ ਜੇ ਗਾਰਬ ਹੋਵੇ, ਹੰਕਾਰ ਹੋਵੇ, ਨਾਲੇ ਗਾਰਬ ਵਾਦ ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ, ਫਿਰ ਮਾਲਕ ਖੁਸ਼ ਨਹੀਂ ਹੁੰਦੇ। ਅਸੀਂ ਵੀ ਚਾਕਰ ਹਾਂ, ਸਾਰੀ ਦੁਨੀਆ ਦੇ ਜੀਵ, ਹਮ ਚਾਕਰ ਗੋਬਿੰਦ ਕੇ, ਠਾਕੁਰ ਮੇਰਾ ਭਾਰਾ। ਸਾਡੇ ਠਾਕੁਰ ਜੀ ਵਾਹਿਗੁਰੂ ਜੀ, ਅਕਾਲ ਪੁਰਖ ਜੀ, ਨਿਰੰਕਾਰ ਜੀ, ਉਹ ਵੱਡੇ ਹਨ। ਕਰਮ ਜਿੱਦਾਂ ਦੇ ਅਸੀਂ ਕਰਦੇ ਹਾਂ, ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਏ। ਜਿੱਦਾਂ ਦੀ ਕਾਰ ਕਮਾਵਾਂਗੇ, ਜਿੱਦਾਂ ਦੇ ਕਰਮ ਕਰਾਂਗੇ, ਉੱਦਾਂ ਦੇ ਫਲ ਸਾਡੇ ਅੱਗੇ ਆ ਜਾਂਦੇ ਹਨ। ਮਨ ਵਿੱਚ ਕਿਸੇ ਦਾ ਬੁਰਾ ਨਾ ਤੱਕੀਏ, ਕਿਸੇ ਦਾ ਮਾੜਾ ਨਾ ਸੋਚੀਏ। ਮਨ ਵਿੱਚ ਕਿਸੇ ਵਾਸਤੇ ਮਨ ਵਿੱਚ ਤਾਤ ਨਾ ਰੱਖੀਏ, ਈਰਖਾ ਨਾ ਰੱਖੀਏ, ਨਹੀਂ ਤਾਂ ਭਲਾ ਨਹੀਂ ਹੁੰਦਾ। ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਪਿਆਰਿਓ, ਕਦੀ ਵੀ ਭਲਾ ਨਹੀਂ ਹੁੰਦਾ ਜੇ ਹਰ ਵੇਲੇ ਦੂਜਿਆਂ ਦਾ ਬੁਰਾ ਹੀ ਤੱਕਦੇ ਰਹੀਏ। ਪੜ੍ਹਿਆ ਕਰੋ, ਜਿਸ ਅੰਦਰ ਤਾਤ ਪਰਾਈ ਹੋਵੇ, ਪਰਾਈ ਦਾ ਭਾਵ ਦੂਜਿਆਂ ਵਾਸਤੇ ਹਰ ਵੇਲੇ ਨਿੰਦਾ, ਹਰ ਵੇਲੇ ਮਾੜੇ 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 ਕਹਿੰਦੇ ਰਹਿਣਾ। ਪਰਾਇਆਂ ਦੀ, ਦੂਜਿਆਂ ਦੀ ਮਨ ਵਿੱਚ ਤਾਤ ਹੋਵੇ, ਈਰਖਾ ਹੋਵੇ, ਸਾੜਾ ਹੋਵੇ, ਜੈਲਸੀ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਉਸ ਮਾਨਸ ਦਾ, ਉਸ ਬੰਦੇ ਦਾ ਕਦੀ ਭਲਾ ਨਹੀਂ ਹੋ ਸਕਦਾ। ਉਹਦੇ ਘਰ ਵਿੱਚ, ਉਹਦੇ ਮਨ ਵਿੱਚ ਕਦੀ ਵੀ ਸ਼ਾਂਤੀ ਨਹੀਂ ਆ ਸਕਦੀ, ਕਿਉਂਕਿ ਸਾਰਿਆਂ ਵਿੱਚ ਵਾਹਿਗੁਰੂ ਜੀ ਵਸ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਬੇੜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਬੇੜੀ ਹੈ ਸੱਚ। ਸੱਚ ਬੋਲਣਾ, ਸੱਚ ਸੁਣਨਾ, ਸੱਚ ਦੇ ਰਾਹ ਤੇ ਚੱਲਣਾ, ਸੱਚ ਦੀ ਕਮਾਈ ਕਰਨੀ। ਸੱਤ ਕਹਿ ਖੱਟਿਆ ਦੁੱਖ ਨਹੀਂ ਪਾਇਆ। ਸੱਚ ਦੀ ਕਮਾਈ ਵਿੱਚ ਕਦੀ ਵੀ ਬੰਦਾ ਦੁੱਖ ਨਹੀਂ ਪਾਉਂਦਾ। ਜਿੰਨੇ ਦੁੱਖ ਹਨ ਕੂੜ ਕਪਟ ਦੀ ਕਮਾਈ ਵਿੱਚ ਹਨ। ਪੜਿਆ ਕਰੋ ਨਾਨਕ ਬੇੜੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹੜੀ ਬੇੜੀ ਤੇ ਸਾਨੂੰ ਚਾੜਿਆ ਹੈ? ਸੱਚ ਦੀ ਬੇੜੀ ਤੇ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੁਕਮ ਕੀਤੇ ਹਨ ਉਸੇ ਨੂੰ ਜਪੋ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਪ। ਆਦਿ ਸੱਚ ਜੁਗਾਦ ਸੱਚ। ਪ੍ਰੈਜ਼ੈਂਟ ਟਾਈਮ ਤੇ ਵੀ ਹੈ ਵੀ ਸੱਚ। ਜਦੋਂ ਅਸੀਂ ਚੱਲੇ ਚੁੱਲੇ ਜਾਵਾਂਗੇ ਇਨ ਫਿਊਚਰ, ਆਉਣ ਵਾਲੀਆਂ ਪੀੜ੍ਹੀਆਂ, ਜਨਰੇਸ਼ਨਸ, ਉਹ ਵੀ ਜਪਣਗੀਆਂ ਸਤਨਾਮ ਸ੍ਰੀ ਵਾਹਿਗੁਰੂ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਗੁਰੂ ਦੀ ਗੁਰਬਾਣੀ ਵਿੱਚ ਸਾਰਾ ਕੁਝ ਹੈ। ਗੁਰ ਕੀ ਬਾਣੀ ਜਿਸ ਮਨ ਵਸੈ, ਜਿਹਦੇ ਮਨ ਵਿੱਚ ਵਸ ਜਾਂਦਾ ਹੈ ਗੁਰਬਾਣੀ ਦਾ ਉਪਦੇਸ਼। ਉਪਦੇਸ਼ ਸੁਣਹੁ ਤੁਮ ਗੁਰ ਸਿੱਖੋ। ਉਪਦੇਸ਼ ਸੁਣਹੁ। ਕਈ ਵਾਰੀ ਮਨ ਦੀ ਹਾਲਤ ਇਹ ਹੋ ਜਾਂਦੀ ਹੈ, ਦੇਖਣ ਨੂੰ ਸਿੱਖ ਹੈ ਪਰ ਮਨ ਵਿੱਚ ਸਿੱਖੀ ਨਹੀਂ। ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਸਿੱਖੀ। ਸਿੱਖਿਆ ਗੁਰ ਵਿਚਾਰ। ਜੋ ਗੁਰੂ ਹੁਕਮ ਕਰਦੇ ਹਨ ਉਹਦਾ ਅਮਲ ਨਹੀਂ। ਦੇਖਣ ਨੂੰ ਲੱਗਦਾ ਹੈ ਮੈਂ ਗੁਰਸਿੱਖ ਹਾਂ, ਪਰ ਗੁਰਸਿੱਖੀ ਮਨ ਵਿੱਚ ਨਹੀਂ, ਕਮਾਈ ਨਹੀਂ ਹੈ। ਭਾਈ ਸਾਹਿਬ ਜੀ ਹੁਕਮ ਕਰਦੇ ਹਨ ਗੁਰਸਿੱਖੀ ਗੁਰਸਿੱਖ ਕਮਾਵੇ। ਗੁਰਸਿੱਖ ਕਮਾਈ ਕਰਦਾ ਹੈ, ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕਲਗੀਆਂ ਵਾਲੇ, ਬਾਜਾਂ ਵਾਲੇ, ਦਸਮੇਸ਼ ਪਿਤਾ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, 10 ਪਾਤਸ਼ਾਹੀਆਂ, 11ਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਲੜ ਲਾ ਗਏ ਹਨ ਬਾਜਾਂ ਵਾਲੇ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਜਾ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੇ ਲੇਹ। ਹਿਰਦਾ ਸੁਧ ਚਾਹੀਦਾ ਹੈ, ਸਾਫ਼ ਚਾਹੀਦਾ ਹੈ, ਭਾਂਡਾ ਸਾਫ਼ ਚਾਹੀਦਾ ਹੈ ਤਾਂ ਦੁੱਧ ਪੈਂਦਾ ਹੈ ਭਾਂਡੇ ਵਿੱਚ। ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧੇ ਕੋ ਜਾਵੋ। ਦੁੱਧ ਕਰਮ, ਇਹ ਬੰਦੇ ਆ ਜਿਹੜੇ ਤੇਰੇ ਕਰਮ ਹਨ ਉਹ ਦੁੱਧ ਵਰਗੇ ਹਨ। ਸਾਫ਼ ਕਰਮ ਕਰਿਆ ਕਰ। ਆਪਣੀ ਸੁਰਤ ਵਿੱਚ ਪਰਮੇਸ਼ਰ ਦਾ ਨਾਮ ਰੱਖਿਆ ਕਰ। ਕਿਸੇ ਦਾ ਬੁਰਾ ਨਾ ਰੱਖਿਆ ਕਰ ਸੁਰਤ ਵਿੱਚ। ਮਾੜੀਆਂ ਸੋਚਾਂ ਨਾ ਰੱਖਿਆ ਕਰ ਸੁਰਤ ਵਿੱਚ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ। ਇਸ ਤਰ੍ਹਾਂ ਮਨ ਵਿੱਚ ਸਤਿਗੁਰਾਂ ਦੀ ਪਾਵਨ ਗੁਰਬਾਣੀ ਨੂੰ ਟਿਕਾ ਕੇ ਰੱਖਿਆ ਕਰ। ਗੁਰਬਾਣੀ ਦੀ ਜਾਗ ਲਾ ਕੇ ਰੱਖਿਆ ਕਰ। ਤੇਰਾ ਮਨ ਜੰਮ ਜਾਵੇਗਾ। ਦਹੀਂ ਵਾਂਗੂ ਗੁਰੂ ਦੇ ਚਰਨਾਂ ਵਿੱਚ ਸੇਵਾ ਸਿਮਰਨ ਬੰਦਗੀ ਕਰਨੀ ਆ ਜਾਵੇਗੀ। ਨਾਨਕ ਬੇੜੀ ਸੱਚ ਕੀ, ਸੱਚ ਦੀ ਬੇੜੀ ਤੇ ਚੜਿਆ ਰਿਹਾ ਕਰ। ਗੁਰੂ ਦੇ ਸ਼ਬਦ ਦੀ ਵਿਚਾਰ ਆਪਣੇ ਹਿਰਦੇ ਵਿੱਚ ਵਸਾਇਆ ਕਰ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ, ਮੇਰੇ ਬਾਜਾਂ ਵਾਲੇ, ਮੇਰੇ ਕਲਗੀਆਂ ਵਾਲੇ, ਮੇਰੇ ਸਤਿਗੁਰੂ ਜੀ ਮੈਨੂੰ ਕੀ ਫਰਮਾ ਰਹੇ ਹਨ।
ਇਹੋ ਜਿਹਾ ਗਿਆਨ ਮਨ ਵਿੱਚ ਟਿਕਾਇਆ ਕਰ, ਸਿਮਰਨ ਕਰਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਐਸਾ ਸਿਮਰਨ ਕਰ ਮਨ ਮਾਹੇ, ਕਿਉਂਕਿ ਸਿਮਰਨ ਤੋਂ ਬਿਨਾਂ, ਹੁਕਮ ਵਿੱਚ ਰਹਿਣ ਤੋਂ ਬਿਨਾਂ ਜ਼ਿੰਦਗੀ ਨਿਸਫਲ ਹੈ। ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ, ਜਿਨ੍ਹਾਂ ਦਾਣਿਆਂ ਵਿੱਚ, ਸਿੱਟਿਆਂ ਵਿੱਚ ਦਾਣੇ ਹੁੰਦੇ ਨੇ, ਉਹ ਤੇ ਜ਼ਿਮੀਂਦਾਰ ਫਾਰਮਰ ਵੱਢ ਕੇ ਲੈ ਜਾਂਦਾ ਹੈ, ਟਰਾਲੀਆਂ ਭਰ ਕੇ, ਗੱਡੇ ਭਰ ਕੇ, ਤੇ ਜਿਨ੍ਹਾਂ ਵਿੱਚ ਫਲ ਕੋਈ ਨਹੀਂ, ਉਹਨਾਂ ਨੂੰ ਨਹੀਂ ਵੱਢਦਾ। ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ, ਸਾਰੀ ਫਸਲ ਚਲੀ ਜਾਂਦੀ ਹੈ, ਉਹ ਸੁੰਨੇ ਵਿਚਾਰੇ ਖਲੋਤੇ ਰਹਿੰਦੇ ਹਨ ਉਸ ਖੇਤ ਦੇ ਵਿੱਚ, ਕਿਉਂਕਿ ਫਲ ਕੋਈ ਨਹੀਂ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਵੀ ਮੁੜ ਮੁੜ ਕੇ ਆ ਕੇ ਇੱਥੇ ਹੀ ਧੱਕੇ ਖਾਣੇ ਪੈਂਦੇ ਹਨ, ਕਿਉਂਕਿ ਵਾਲੀ ਵਾਰਸ ਕੋਈ ਨਹੀਂ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ, ਯਾਦ ਨਹੀਂ ਕੀਤਾ, ਸਿਮਰਨ ਨਹੀਂ ਕੀਤਾ। ਇੱਕ ਰਾਤ ਵਾਸਤੇ ਆਏ ਸੀ, ਡੇਰਾ ਲਾ ਕੇ ਬਹਿ ਗਏ। ਇੱਕ ਰਹਿਣ ਕੇ ਪਾਹਨ ਤੁਮ ਆਏ, ਪ੍ਰਾਹੁਣੇ ਬਣ ਕੇ ਆਏ ਸੀ, ਜੈਸੇ ਰਹਿਣ ਪਰਾਹੁਣੇ ਉੱਠ ਚਲ ਸਹਿ ਪ੍ਰਭਾਤ। ਪ੍ਰਾਹੁਣੇ ਆਉਂਦੇ ਨੇ, ਰਾਤੀ ਅਬਲ ਤਾਂ ਨੀਂਦ ਨਹੀਂ ਪੈਂਦੀ, ਜੇ ਆ ਵੀ ਜਾਂਦੀ ਹੈ ਤੇ ਤੜਕੇ ਉੱਠ ਪੈਂਦੇ ਹਨ, ਅੱਜ ਅਸੀਂ ਜਾਣਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣਾ ਝੋਲਾ ਝਾਲਾ ਸਾਂਭ ਲੈਂਦੇ ਨੇ, ਜਿੱਥੇ ਸੁੱਤੇ ਸੀ ਉਹ ਬਿਸਤਰਾ ਵੀ ਸਵਾਰ ਦਿੰਦੇ ਹਨ, ਕਿਉਂਕਿ ਚਲੇ ਜਾਣਾ ਹੈ। ਇਹ ਦੁਨੀਆ ਵੀ ਇਸੇ ਤਰ੍ਹਾਂ ਹੈ, ਆਪਣਾ ਆਪ ਸੰਭਾਲਣਾ ਪੈਂਦਾ ਹੈ। ਏਕ ਰਹਿਣ ਕੇ ਪਾਹਨ ਤੁਮ ਆਏ, ਇੱਕ ਰਾਤ ਲਈ ਤੇ ਆਏ ਹਾਂ ਦੁਨੀਆ ਦੇ ਵਿੱਚ। ਜੈਸੇ ਰਹਿਣ ਪਰਾਹੁਣੇ, ਪ੍ਰਾਹੁਣੇ ਆਉਂਦੇ ਹਨ, ਉੱਠ ਚੱਲ ਸਹਿ ਪ੍ਰਭਾਤ, ਅੰਮ੍ਰਿਤ ਵੇਲੇ ਤਿਆਰੀਆਂ ਕਰ ਲੈਂਦੇ ਹਨ। ਆ ਵੱਡੀ ਉਮਰ ਵੀ 60-70 ਸਾਲ ਜਦੋਂ ਬੀਤ ਜਾਂਦੇ ਹਨ, ਇਹ ਵੀ ਅੰਮ੍ਰਿਤ ਰੂਪ ਹੀ ਵੇਲਾ ਹੈ। ਜੇ ਬੰਦਾ ਜਪ ਲਵੇ ਸਤਨਾਮ ਸ੍ਰੀ ਵਾਹਿਗੁਰੂ, ਇਹ ਵੀ ਪ੍ਰਭਾਤ ਦਾ ਵੇਲਾ ਹੈ, ਕਿਉਂਕਿ ਦਿਨ ਚੜ੍ਹਨ ਵਾਲਾ ਹੈ, ਉਮਰ ਮੁੱਕਣ ਵਾਲੀ ਹੈ। ਤਿਆਰੀਆਂ ਬੰਦੇ ਨੂੰ ਕਰ ਲੈਣੀਆਂ ਚਾਹੀਦੀਆਂ ਹਨ। ਜਿਵੇਂ ਉਹ ਕਮਰਾ ਛੱਡੀਦਾ ਹੈ, ਬਿਸਤਰਾ ਸਾਫ਼ ਕਰ ਦਈਦਾ ਹੈ, ਕੋਈ ਪਿੱਛੋਂ ਮਾੜਾ ਨਾ ਕਵੇ ਕਿ ਕਿੰਨਾ ਖਿਲਾਰਾ ਪਾ ਗਏ ਹਨ। ਦੁਨੀਆ ਦੇ ਵਿੱਚ ਵੀ ਖਿਲਾਰਾ ਪਾ ਕੇ ਨਹੀਂ ਜਾਣਾ, ਨਾਮ ਜਪਣਾ ਹੈ, ਬੰਦਗੀ ਕਰਨੀ ਹੈ, ਆਖਣਾ ਹੈ ਸਤਨਾਮ ਸ੍ਰੀ ਵਾਹਿਗੁਰੂ, ਸੇਵਾ ਕਰਨੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੀ, ਨਾਨਕ ਪ੍ਰਭ ਅਬਿਨਾਸੀ, ਤਾਂ ਕਿ ਸੇਵ ਨਾ ਬਿਰਥੀ ਜਾਸੀ। ਗੁਰੂ ਘਰ ਦੀ ਸੇਵਾ ਕਦੀ ਖਾਲੀ ਬਿਰਥੀ ਨਹੀਂ ਜਾਂਦੀ। ਗੁਰਬਾਣੀ ਪੜ੍ਹਨੀ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਬਾਣੀ ਨਿਰੰਕਾਰ ਦਾ ਰੂਪ ਹੈ। ਤਿਸ ਜੇਵਡ ਅਵਰ ਨ ਕੋਇ। ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਬੇਲੀ ਬਣਾ ਦਿੰਦੀ ਹੈ, ਮਿੱਤਰ ਬਣਾ ਦਿੰਦੀ ਹੈ। ਬੰਦੇ ਦਾ ਮਿੱਤਰ ਸੱਚੀ ਸੁੱਚੀ ਬਾਣੀ ਹੈ, ਹੋਰ ਕੋਈ ਨਹੀਂ। ਸਭ ਮਿੱਤਰ ਸਾਥ ਛੱਡ ਜਾਂਦੇ ਹਨ। ਜਾ ਕਾ ਹਰ ਸੁਆਮੀ ਪ੍ਰਭ ਬੇਲੀ, ਪੀੜ ਗਈ ਉਹਦੇ ਦੁੱਖ ਪੀੜਾਂ ਸਭ ਚਲੀਆਂ ਜਾਂਦੀਆਂ ਹਨ, ਫਿਰ ਨਹੀਂ ਦੁਹੇਲੀ। ਸੋ ਪਿਆਰਿਓ, ਜਿਨ੍ਹਾਂ ਨੇ ਨਾਮ ਵਿਸਾਰ ਦਿੱਤਾ, ਜਿਨੀ ਨਾਮ ਵਿਸਾਰਿਆ, ਸੇ ਕਿਤਾ ਆਏ ਸੰਸਾਰ, ਕਾਹਦੇ ਲਈ ਆਏ ਦੁਨੀਆ ਤੇ। ਸਤਿਗੁਰਾਂ ਦੇ ਫਰਮਾਨ ਹਨ, ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਸ ਮਾਂ ਨੂੰ ਬਾਂਝ ਕਰ ਦਿਓ, ਜਿਹਦੀ ਕੁੱਖ ਤੋਂ ਬੱਚੇ ਨੇ ਦੁਨੀਆ ਦੇ ਵਿੱਚ ਆ ਕੇ ਨਾਮ ਹੀ ਨਹੀਂ ਜਪਣਾ। ਸ਼ਬਦ ਪੜਿਆ ਕਰੋ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇ ਫਿਰੈ ਬਿਨ ਨਾਵੈ, ਓਏ ਖੱਪ ਖੱਪ ਮੂਏ ਕਰਾਂਝਾ। ਧੰਨ ਹਨ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ ਹਨ। ਸਤਨਾਮ ਸ੍ਰੀ ਵਾਹਿਗੁਰੂ। ਮਾਰੂ ਮਹੱਲਾ ਪਹਿਲਾ।
ਅੰਗ ਹੈ 1038। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਕੁਝ ਬਚਨ ਸਰਵਣ ਕਰ ਲਓ ਪਹਿਲੇ ਪਾਤਸ਼ਾਹ ਜੀ ਦੇ। ਜਹ ਦੇਖਾ ਤਹ ਦੀਨ ਦਿਆਲਾ। ਸਤਿਗੁਰੂ ਜੀ ਫਰਮਾਉਂਦੇ ਹਨ, ਅਸੀਂ ਜਿੱਧਰ ਵੀ ਦੇਖਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾ ਰਹੇ ਹਨ, ਦੀਨਾਂ ਦੇ ਦਇਆਲ ਅਕਾਲ ਪੁਰਖ ਵਾਹਿਗੁਰੂ ਜੀ ਹੀ ਸਾਨੂੰ ਨਜ਼ਰ ਆਉਂਦੇ ਹਨ। ਆਏ ਨਾ ਜਾਈ ਪ੍ਰਭ ਕਿਰਪਾਲਾ। ਦੁਨੀਆ ਆਉਣ ਜਾਣ ਵਾਲੀ ਹੈ, ਜੰਮਣ ਮਰਨ ਵਾਲੀ ਹੈ, ਪਰ ਅਕਾਲ ਪੁਰਖ ਵਾਹਿਗੁਰੂ ਜੀ ਇਸ ਤੋਂ ਰਹਿਤ ਹਨ। ਆਉਣ ਜਾਣ ਵਾਲੇ ਨਹੀਂ, ਹਰ ਵੇਲੇ ਹੀ ਸਾਰਿਆਂ ਦੇ ਵਿੱਚ ਵਸ ਰਹੇ ਹਨ। ਉਹਨਾਂ ਨੂੰ ਯਾਦ ਕਰੀਏ, ਜਪਦੇ ਰਹੀਏ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਮਨ ਨੂੰ ਵੀ ਕਹਿੰਦੇ ਰਹੀਏ, ਜਪ ਮਨ ਸਤਨਾਮ ਸਦਾ ਸਤਨਾਮ। ਜੀਆਂ ਅੰਦਰ ਜੁਗਤ ਸਮਾਈ, ਰਹੋ ਨਿਰਾਲਮ ਰਾਇਆ। ਸਾਰਿਆਂ ਜੀਆਂ ਦੇ ਵਿੱਚ ਅਕਲ ਮਤ ਜੁਗਤੀਆਂ ਰਹਿਣ ਦੀਆਂ, ਖਾਣ ਦੀਆਂ, ਪਹਿਨਣ ਦੀਆਂ, ਸੌਣ ਦੀਆਂ, ਸਿਰਾਂ ਥੱਲੇ ਸਰਾਣੇ ਲੈਣ ਦੀਆਂ, ਇਸ਼ਨਾਨ ਕਰਨ ਦੀਆਂ, ਮੂੰਹ ਧੋਣ ਦੀਆਂ, ਪੈਰ ਧੋਣ ਦੀਆਂ, ਪ੍ਰਸ਼ਾਦਾ ਛਕਣ ਦੀਆਂ, ਗੱਡੀਆਂ ਮੋਟਰਾਂ ਜਹਾਜ਼ ਚਲਾਉਣ ਦੀਆਂ, ਇਹ ਸਾਰੀਆਂ ਜੁਗਤੀਆਂ ਸੁਰਤ ਵਿੱਚ ਮਾਲਕ ਨੇ ਪਾ ਛੱਡੀਆਂ ਹਨ, ਪਰ ਆਪ ਵਾਹਿਗੁਰੂ ਜੀ ਗੁਪਤ ਰਹਿੰਦੇ ਹਨ, ਨਿਰਾਲਮ ਰਹਿੰਦੇ ਹਨ। ਜੀਆਂ ਅੰਦਰ ਜੁਗਤ ਸਮਾਈ, ਰਹਿਓ ਨਿਰਾਲਮ ਰਾਇਆ। ਉਹ ਰਾਇਆ ਅਕਾਲ ਪੁਰਖ ਵਾਹਿਗੁਰੂ ਜੀ ਆਪ ਨਿਰਾਲਮ ਵੱਖਰੇ ਰਹਿੰਦੇ ਹਨ। ਜਗ ਤਿਸ ਕੀ ਛਾਇਆ। ਇਹ ਦੁਨੀਆ ਉਸ ਵਾਹਿਗੁਰੂ ਜੀ ਦੀ ਛਾਇਆ ਦੇ ਵਿੱਚ ਜੀ ਰਹੀ ਹੈ, ਜਿਸ ਬਾਪ ਨਾ ਮਾਇਆ। ਜਿਨ੍ਹਾਂ ਦਾ ਆਪਣਾ ਮਾਂ ਬਾਪ ਕੋਈ ਨਹੀਂ, ਉਹ ਆਪਣੇ ਆਪ ਤੋਂ ਆਪ ਹੀ ਪ੍ਰਗਟ ਹਨ। ਨਾ ਤਿਸ ਭੈਣ ਨਾ ਭਰਾਓ ਕਮਾਇਆ। ਦੁਨੀਆ ਨੂੰ ਭੈਣਾਂ ਭਰਾ ਦੇ ਦਿੱਤੇ ਹਨ, ਪਰ ਉਹਨਾਂ ਦਾ ਆਪਣਾ ਕੋਈ ਭੈਣ ਭਰਾ ਨਹੀਂ। ਸਾਰਾ ਸੰਸਾਰ ਹੀ ਹਰ ਰੂਪ ਵਿੱਚ ਉਹਨਾਂ ਦਾ ਆਪਣਾ ਹੈ। ਨਾ ਤਿਸ ਉਪਤ ਖਪਤ ਕੁਲ ਜਾਤੀ। ਦੁਨੀਆ ਪੈਦਾ ਹੋ ਰਹੀ ਹੈ, ਖਪਤ ਹੋ ਰਹੀ ਹੈ, ਖਰਚਾ ਹੋ ਰਿਹਾ ਹੈ, ਭਾਵ ਕਿ ਮਰ ਰਹੀ ਹੈ, ਆ ਰਹੀ ਹੈ, ਜਾ ਰਹੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਇਸ ਵਿੱਚ ਨਹੀਂ ਹਨ। ਉਹ ਅਜਰਾਵਰ ਮਨ ਭਾਇਆ। ਦੁਨੀਆ ਤੇ ਬੁਢੇਪਾ ਆ ਜਾਂਦਾ ਹੈ, ਬਚਪਨ ਚਲਾ ਜਾਂਦਾ ਹੈ, ਜਵਾਨੀ ਵੀ ਦੌੜ ਜਾਂਦੀ ਹੈ, ਬੁਢੇਪਾ ਵੀ ਆ ਕੇ ਨਾਲ ਹੀ ਲੈ ਕੇ ਚਲਾ ਜਾਂਦਾ ਹੈ, ਪਰ ਵਾਹਿਗੁਰੂ ਜੀ ਇਹਨਾਂ ਸਾਰਿਆਂ ਤੋਂ ਪਰੇ ਹਨ। ਉਹਨਾਂ ਨੂੰ ਜਪਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਨੂੰ। ਹੁਣ ਸਤਿਗੁਰੂ ਜੀ ਫਰਮਾਉਂਦੇ ਹਨ, ਤੂੰ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਦੇ ਸਿਰ ਤੇ ਕਾਲ ਕੂਕ ਰਿਹਾ ਹੈ, ਮੌਤ ਕੂਕ ਰਹੀ ਹੈ। ਆ ਸੰਨ 2020 ਦੇ ਵਿੱਚ ਮਾਰਚ ਤੋਂ ਲੈ ਕੇ ਹੁਣ ਜੁਲਾਈ ਪਿਆ ਚੱਲਦਾ ਹੈ, ਇਹਦੇ ਵਿੱਚ ਹਰ ਬੰਦਾ ਡਰਿਆ ਪਿਆ ਹੈ, ਭੈ ਲੱਗਾ ਪਿਆ ਹੈ। ਜਿਵੇਂ ਸਤਿਗੁਰੂ ਜੀ ਦੇ ਫਰਮਾਨ ਹਨ, ਭੈ ਮਰਬੇ ਕੋ ਬਿਸਰਤ ਨਾਹਿਨ, ਕਿਤੇ ਮਰ ਨਾ ਜਾਈਏ। ਧੰਨ ਗੁਰੂ ਨਾਨਕ ਸਾਹਿਬ ਜੀ ਉਸ ਵੇਲੇ ਫਰਮਾ ਰਹੇ ਹਨ, ਵਾਹਿਗੁਰੂ ਜੀ ਦੁਨੀਆ ਕਾਲ ਦੇ ਵਸ ਹੈ, ਪਰ ਆਪ ਅਕਾਲ ਪੁਰਖ ਹੋ, ਤੁਹਾਡੇ ਸਿਰ ਉਹ ਕਾਲ ਦਾ ਜ਼ੋਰ ਨਹੀਂ ਚੱਲ ਸਕਦਾ। ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ। ਹਰ ਬੰਦੇ ਦੇ ਸਿਰ ਤੇ ਮੌਤ ਕੂਕ ਰਹੀ ਹੈ, ਹਰ ਬੰਦੇ ਨੂੰ ਡਰ ਹੈ, ਭੈ ਲੱਗਾ ਪਿਆ ਹੈ ਕਿਤੇ ਮਰ ਨਾ ਜਾਈਏ। ਭੈ ਮਰਬੇ ਕੋ ਬਿਸਰਤ ਨਾਹਿ, ਤੇ ਚਿੰਤਾ ਤਨ ਜਾਰਾ। ਉਸ ਚਿੰਤਾ ਨੇ ਤਨ ਵੀ ਸਾੜ ਛੱਡਿਆ ਹੈ, ਸੋਚਾਂ ਸੋਚ ਸੋਚ ਕੇ ਕੀ ਪਤਾ ਕਿਤੇ ਦਮ ਨਾ ਨਿਕਲ ਜਾਣ।
ਤੋ ਪੁਰਖ ਅਲੇਖ ਅਗੰਮ ਨਿਰਾਲਾ। ਤੁਸੀਂ ਅਕਾਲ ਪੁਰਖ ਜੀ ਸਰਬ ਵਿਆਪਕ ਹੋ, ਅਲੇਖ ਹੋ, ਪਹੁੰਚ ਤੋਂ ਪਰੇ ਹੋ। ਦੁਨੀਆ ਤੇ ਮਾਇਆ ਦਾ ਪ੍ਰਭਾਵ ਤੁਸਾਂ ਪਾ ਛੱਡਿਆ ਹੈ, ਪਰ ਆਪ ਨਿਰਾਲਮ ਹੋ। ਸਤ ਸੰਤੋਖ ਸਬਦ ਅਤ ਸੀਤਲ, ਸਹਿਜ ਭਾਏ ਲਿਵ ਲਾਇਆ। ਦੁਨੀਆ ਦੇ ਜੀਵਾਂ ਨੂੰ ਵੀ ਸਮਝਾਉਂਦੇ ਹਨ, ਸਤ ਨਾਲ ਜੁੜੋ, ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਮਨ ਨੂੰ ਵੀ ਕਿਹਾ ਕਰੋ, ਜਪ ਮਨ ਸਤਨਾਮ, ਸਦਾ ਸਤਨਾਮ। ਜੋ ਰੱਬ ਦੇਵੇ ਉਹਦੇ ਵਿੱਚ ਸੰਤੋਖ ਰੱਖੋ। ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ। ਜਿਹਦੇ ਕੋਲ ਸਤ ਸੰਤੋਖ ਹੈ, ਉਹ ਸਭ ਦਰਵਾਜੇ ਭੰਨ ਕੇ ਵੀ ਆਪਣੇ ਗੁਰੂ ਦੇ ਚਰਨਾਂ ਵਿੱਚ ਪਹੁੰਚ ਜਾਂਦਾ ਹੈ। ਜਿਹਦੇ ਪੱਲੇ ਸ਼ਬਦ ਹੈ, ਗੁਰਬਾਣੀ ਹੈ, ਉਹਦਾ ਸੁਭਾਅ ਸੀਤਲ ਹੋ ਜਾਂਦਾ ਹੈ। ਸਤ ਸੰਤੋਖ ਸ਼ਬਦ ਅਤ ਸੀਤਲ, ਗੁਰੂ ਦਾ ਸ਼ਬਦ ਸੀਤਲ ਹੈ। ਛਾਤੀ ਸੀਤਲ, ਮਨ ਤਨ ਠੰਡਾ ਹੋ ਜਾਂਦਾ ਹੈ ਗੁਰਬਾਣੀ ਪੜ੍ਹਿਆ ਸੁਣਿਆ। ਸਤ ਸੰਤੋਖ ਸ਼ਬਦ ਅਤ ਸੀਤਲ, ਸਹਿਜ ਭਾਏ ਲਿਵ ਲਾਇਆ। ਸਹਿਜ ਅਵਸਥਾ ਵਿੱਚ ਲਿਵ ਲਾ ਕੇ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਤ੍ਰੈ ਵਰਤਾਏ ਚੌਥਾ ਘਰ ਵਾਸਾ, ਮਾਇਆ ਦੇ 3 ਗੁਣ ਹਨ, ਰਜੋ ਤਮੋ ਸਤੋ। ਤੇ ਜਿਹੜੇ ਉਹਦੇ ਜਨ ਹਨ, ਚੌਥਾ ਪਦ ਮੈਂ ਜਨ ਕੀ ਜਿੰਦ, ਉਹ ਚੌਥੇ ਘਰ ਵਿੱਚ ਸਹਿਜ ਅਵਸਥਾ ਵਿੱਚ ਟਿਕ ਕੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਕਾਲ ਵਿਕਾਲ ਕੀ ਏਕ ਗਰਾਸਾ, ਕਾਲ ਜਿਹੜਾ ਹੈ ਉਹਨੇ ਇੱਕੋ ਗਰਾਹੀ ਮਾਰਨੀ ਹੈ ਰੋਟੀ ਵਾਂਗੂ। ਇਸ ਬੰਦੇ ਨੂੰ ਨਗਾ ਕੇ ਲੈ ਜਾਣਾ ਹੈ, ਪਤਾ ਨਹੀਂ ਲੱਗਣਾ ਕਿਹੜੇ ਵੇਲੇ ਮੌਤ ਨੇ ਝਪਟ ਮਾਰ ਲੈਣੀ ਹੈ। ਤਾਈਓ ਸਤਿਗੁਰੂ ਜੀ ਫਰਮਾਉਂਦੇ ਹਨ, ਜਪਦੇ ਰਹੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਕਾਲ ਨੇ ਇੰਨੀ ਦੁਨੀਆ ਦੀਆਂ ਗਰਾਹੀਆਂ ਗਰਾਸ ਮਾਰ ਲਏ ਹਨ, ਪਤਾ ਨਹੀਂ ਲੱਗਦਾ ਖਾ ਕੇ ਕਿੱਥੇ ਹਜਮ ਕਰ ਗਿਆ ਹੈ। ਪਰ ਨਾਮ ਜਪਣ ਵਾਲੇ ਨੂੰ ਜੰਮਣ ਮਰਨ ਤਿਨ ਕੋ, ਜੋ ਹਰ ਲੜ ਲਾਗੇ ਕਾਲ ਤੋਂ ਬਚ ਜਾਂਦੇ ਹਨ ਜਿਹੜੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਨਿਰਮਲ ਜੋਤ ਸਰਬ ਜਗ ਜੀਵਨ, ਸਾਰੇ ਜੀਵਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਵਿੱਤਰ ਜੋਤ ਹੈ। ਸਰਬ ਜੋਤ ਤੇਰੀ ਪਸਰ ਰਹੇ, ਗੁਰ ਅਨਹਦ ਸ਼ਬਦ ਦਿਖਾਇਆ। ਜਿਵੇਂ ਜਿਵੇਂ ਗੁਰਬਾਣੀ ਪੜ੍ਹਦਾ ਹੈ, ਅਨਹਦ ਸ਼ਬਦ ਜਿਹੜੇ ਸਰੀਰ ਵਿੱਚ ਸ਼ਬਦ ਹੋ ਰਹੇ ਹਨ, ਉਹਨਾਂ ਦੀ ਸੋਝੀ ਪੈ ਜਾਂਦੀ ਹੈ। ਗੁਰਬਾਣੀ ਨਾਲ ਨਿਉ ਵੱਧ ਜਾਂਦਾ ਹੈ, ਪਿਆਰ ਵੱਧ ਜਾਂਦਾ ਹੈ। ਉਹ ਸੰਤ ਹੋ ਜਾਂਦੇ ਹਨ, ਉਹਨਾਂ ਦੀ ਮਤ ਉੱਤਮ ਹੋ ਜਾਂਦੀ ਹੈ। ਉਹ ਪ੍ਰਭੂ ਨੂੰ, ਵਾਹਿਗੁਰੂ ਨੂੰ, ਅਕਾਲ ਪੁਰਖ ਜੀ ਨੂੰ ਪਿਆਰੇ ਹੋ ਜਾਂਦੇ ਹਨ ਜਿਹੜੇ ਗੁਰਬਾਣੀ ਪੜ੍ਹਦੇ ਹਨ। ਉੱਤਮ ਸੰਤ, ਉੱਤਮ ਜਨ ਸੰਤ ਭਲੇ ਹਰ ਪਿਆਰੇ। ਉੱਤਮ ਜਨ ਸੰਤ ਭਲੇ ਹਰ ਪਿਆਰੇ। ਉਹ ਜੀਵ ਬਹੁਤ ਪਿਆਰੇ ਲੱਗਦੇ ਹਨ ਪਰਮੇਸ਼ਰ ਨੂੰ, ਉੱਤਮ ਲੱਗਦੇ ਹਨ ਜਿਹੜੇ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਤੇ ਕਰਮ ਚੰਗੇ ਕਰਦੇ ਹਨ। ਨਾਮ ਦੇ ਰਸ ਵਿੱਚ ਮਸਤ ਹੋਏ ਰਹਿੰਦੇ ਹਨ। ਹਰ ਰਸ ਮਾਤੇ ਪਾਰ ਉਤਾਰੇ। ਜਿਹੜੇ ਹਰੀ ਦੇ ਰਸ ਵਿੱਚ ਮਾਤੇ ਹਨ, ਮਸਤ ਹਨ, ਉਹ ਪਿਆਰੇ ਉਹ ਇਸ ਦੁਨੀਆ ਤੋਂ, ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ ਅਡੋਲ। ਨਾਨਕ ਰੇਣ ਸੰਤ ਜਨ ਸੰਗਤ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦਾ ਸ਼ਬਦ ਹੈ।
ਅੰਗ ਹੈ 1038 1038। ਸਤਿਗੁਰੂ ਜੀ ਫਰਮਾਉਂਦੇ ਹਨ, ਨਾਨਕ ਰੇਣ, ਨਾਮ ਜਪਣ ਵਾਲਿਆਂ ਦੀ ਚਰਨ ਧੂੜ ਵੀ ਬੜੀ ਕੀਮਤੀ ਹੈ, ਰੇਣ ਵੀ ਬੜੀ ਕੀਮਤੀ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਨਾਨਕ ਰੇਣ ਸੰਤ ਜਨ ਸੰਗਤ, ਗੁਰ ਸੰਤ ਜਨੋ ਪਿਆਰਾ, ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ। ਗੁਰੂ ਸੰਤ ਰੂਪ ਹਨ, ਹਮਰੋ ਕਰਤਾ ਬਡੋ ਬਬੇਕੀ, ਆਪੇ ਸੰਤ ਕਹਾਵੈ। ਹਰ ਗੁਰ ਪ੍ਰਸਾਦੀ ਪਾਇਆ। ਸਤਿਗੁਰਾਂ ਦੀ ਕਿਰਪਾ ਨਾਲ ਜਾਚ ਆ ਜਾਂਦੀ ਹੈ ਇਸ਼ਨਾਨ ਕਰਨ ਦੀ, ਇਸ ਰਸਨਾ ਨੂੰ ਜਾਚ ਆ ਜਾਂਦੀ ਹੈ ਸਤਨਾਮ ਵਾਹਿਗੁਰੂ ਆਖਣ ਦੀ, ਇਹਨਾਂ ਕੰਨਾਂ ਨੂੰ ਜਾਚ ਆ ਜਾਂਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਸੁਣਨ ਦੀ, ਇਹਨਾਂ ਹੱਥਾਂ ਨੂੰ ਜਾਚ ਆ ਜਾਂਦੀ ਹੈ ਲੰਗਰ ਦੇ ਜੂਠੇ ਭਾਂਡੇ ਮਾਂਜਣ ਦੀ, ਨਾਲ ਨਾਲ ਮਨ ਵੀ ਮਾਂਜਿਆ ਜਾਂਦਾ ਹੈ। ਮਨ ਮਾਂਜੈ ਸੱਚ ਸੋਈ, ਉਹ ਸੱਚਾ ਗੁਰਸਿੱਖ ਹੈ, ਉਹਦਾ ਮਨ ਵੀ ਮਾਂਜਿਆ ਜਾਂਦਾ ਹੈ, ਮਨ ਧੋਤਾ ਜਾਂਦਾ ਹੈ। ਪੈਰਾਂ ਨੂੰ ਵੀ ਸਮਝ ਆ ਜਾਂਦੀ ਹੈ ਮੈਂ ਗੁਰੂ ਘਰ ਵੱਲ ਚੱਲ ਕੇ ਜਾਣਾ ਹੈ, ਇਹ ਮਹਾਰਾਜ ਦੇ ਘਰ ਵੱਲ ਤੁਰ ਪੈਂਦੇ ਹਨ। ਮਨ ਨੂੰ ਵੀ ਸਮਝ ਆ ਜਾਂਦੀ ਹੈ, ਇਹ ਵੀ ਆਪਣੇ ਆਪ ਨੂੰ ਧੋਣ ਲੱਗ ਪੈਂਦਾ ਹੈ ਗੁਰਬਾਣੀ ਪੜ੍ਹ ਪੜ੍ਹ ਕੇ, ਸ਼ਬਦ ਦੇ ਨਾਲ ਜੁੜ ਜੁੜ ਕੇ, ਸ਼ਬਦ ਦੇ ਸਮੁੰਦਰ ਵਿੱਚ ਇਹ ਵੀ ਟੁੱਬੀਆਂ ਮਾਰ ਲੈਂਦਾ ਹੈ, ਇਸ਼ਨਾਨ ਕਰਨ ਲੱਗ ਪੈਂਦਾ ਹੈ, ਮੰਨ ਲੈਂਦਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ, ਮਨ ਧੋਵੋ ਸ਼ਬਦ ਲਾਗੋ। ਇਹ ਵੀ ਚਿੱਤ ਲਾ ਲੈਂਦਾ ਹੈ ਵਾਹਿਗੁਰੂ ਜੀ ਦੇ ਨਾਲ, ਮੰਨ ਲੈਂਦਾ ਹੈ ਕਿ ਗੁਰੂ ਕਹਿੰਦੇ ਹਨ ਹਰਿ ਸਿਉ ਰਹੋ ਚਿੱਤ ਲਾਏ। ਦਾਸ ਦਿਲਬਾਗ ਸਿੰਘ ਪਾਸੋਂ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੀ ਕਥਾ ਕਰਦੇ ਆਂ, ਸ਼ਬਦ ਪੜ੍ਹਦੇ ਆਂ। ਬੜੀਆਂ ਭੁੱਲਾਂ ਮੇਰੇ ਕੋਲੋਂ ਹੋ ਗਈਆਂ ਹਨ, ਤੁਕ ਲਾ ਕੰਨਾ, ਕੋਈ ਪੰਗਤੀ ਅੱਗੇ ਪਿੱਛੇ ਪੜ੍ਹੀ ਜਾਂਦੀ ਹੈ। ਸਾਧ ਸੰਗਤ ਗੁਰੂ ਦਾ ਰੂਪ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾਸ ਨੂੰ ਖਿਮਾ ਕਰ ਦਿਓ। ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਹੈ, ਸੰਗਤ ਗੁਰੂ ਦਾ ਰੂਪ ਹੈ, ਆਪ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਦੋਵੇਂ ਹੱਥ ਜੋੜ ਕੇ ਸੰਗਤਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ, ਮੈਨੂੰ ਬਖਸ਼ ਦੇਣਾ। ਨਾਮ ਜਪਿਆ ਕਰੋ, ਗੁਰਬਾਣੀ ਪੜ੍ਹਿਆ ਕਰੋ, ਗੁਰਬਾਣੀ ਵੀ ਨਾਮ ਹੈ। ਗੁਰਬਾਣੀ ਨਾਮ ਹਰ ਬਣਿਆ। ਜਿਵੇਂ ਜਿਵੇਂ ਗੁਰਬਾਣੀ ਪੜਾਂਗੇ ਤਿਵੇਂ ਤਿਵੇਂ ਨਿਰੰਕਾਰ ਜੀ ਦੇ ਵਿੱਚ ਅਭੇਦ ਹੋ ਜਾਵਾਂਗੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਨਿਰੰਕਾਰ ਦਾ ਭਾਵ ਹੁੰਦਾ ਹੈ ਨਿਰਾਕਾਰ, ਵਿਦਾਊਟ ਫਾਰਮ। ਜਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਵਿਦਾਊਟ ਫਾਰਮ ਹਨ, ਉਹਨਾਂ ਤੋਂ ਵੱਡਾ ਕੋਈ ਨਹੀਂ, ਗੁਰਬਾਣੀ ਤੋਂ ਵੱਡਾ ਕੋਈ ਨਹੀਂ। ਤੇ ਸੁਜੇਵੜ ਅਵਰ ਨਾ ਕੋਏ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਪਿਆਰਿਓ, ਗੁਰਬਾਣੀ ਨਾਲ ਪਿਆਰ ਕਰਿਆ ਕਰੋ, ਨਿਉ ਕਰਿਆ ਕਰੋ, ਪ੍ਰੀਤ ਕਰਿਆ ਕਰੋ। ਇਹ ਮਾਨਸ ਜਨਮ ਸਫਲਾ ਹੋ ਜਾਵੇਗਾ। ਸਭ ਨਾਲ ਪਿਆਰ ਕਰਿਆ ਕਰੋ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਕਿਸੇ ਵਾਸਤੇ ਮਨ ਵਿੱਚ ਤਾਤ, ਸਾੜਾ, ਈਰਖਾ, ਜੈਲਸ ਨਹੀਂ ਰੱਖਣੀ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਗੁਰਬਾਣੀ ਹੁਕਮ ਕਰਦੀ ਹੈ, ਫਿਰ ਭਲਾ ਕਦੀ ਨਹੀਂ ਹੋ ਸਕਦਾ। ਘਰ ਵਿੱਚ, ਮਨ ਵਿੱਚ ਕਦੀ ਵੀ ਸ਼ਾਂਤੀ ਨਹੀਂ ਆ ਸਕਦੀ ਜੇ ਹਰ ਵੇਲੇ ਨਿੰਦਾ ਦਾ ਅੰਬ ਮੂੰਹ ਨੂੰ ਲੱਗਾ ਰਵੇ। ਜਿਸ ਅੰਦਰ ਨਿੰਦਾ ਮੋਹੇ ਅੰਬ ਪਿਆ। ਪੜ੍ਹਿਆ ਕਰੋ ਗੁਰਬਾਣੀ ਵਿੱਚੋਂ, ਬੜੇ ਇਲਾਜ ਦੱਸੇ ਹਨ ਇਹਨਾਂ ਅੱਖਾਂ ਦੇ। ਇਹ ਕਿੱਦਾਂ ਕੰਟਰੋਲ ਵਿੱਚ ਹੋਣਗੀਆਂ। ਇਹਨਾਂ ਕੰਨਾਂ ਦੇ, ਇਸ ਜੀਭਾ ਦੇ, ਇਹਨਾਂ ਪੈਰਾਂ ਦੇ, ਇਹਨਾਂ ਹੱਥਾਂ ਦੇ ਸਾਰੇ ਕੰਟਰੋਲ ਕਰਨ ਦੇ ਇਲਾਜ ਜਿਹੜੇ ਹਨ ਉਹ ਗੁਰਬਾਣੀ ਵਿੱਚ ਦੱਸੇ ਗਏ ਹਨ। ਗੁਰਬਾਣੀ ਨਾਲ ਪਿਆਰ ਕਰਿਆ ਕਰੋ। ਭੁੱਲਾਂ ਲਈ ਦਾ ਆਸਰਾ ਫਿਰ ਖਿਮਾ ਮੰਗਦਾ ਹੈ। ਜਪਿਆ ਕਰੋ, ਆਪਣੇ ਮਨ ਨੂੰ ਕਿਹਾ ਕਰੋ, ਜਪ ਮਨ ਸਤਨਾਮ ਸਦਾ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਾਸ ਸਾਸ ਸਿਮਰੋ ਗੋਬਿੰਦ। ਮਨ ਅੰਤਰ ਕੀ ਉਤਰੈ ਚਿੰਦ। ਸਤਨਾਮ ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।